हालेलुया। परमेश्वर में आप सबका धन्यवाद और उसकी हजूरी में, उसकी बातों में, जो कि परमेश्वर के वचन जो हमें गरम और ताज़ा रोटी देता है और वही हमारे जीवन के लिए एक ढाल की तरह है जो हमें हमेशा ऐसे बुरे और अच्छों की पहचान देता है। तो आओ हम आज के इस अध्याय को शुरू करते हैं कि जो परमेश्वर के वचन में हमें बहुत कुछ जो हम उसे उसके ज्ञान को पाते हैं। तो आओ हम चेलों के कर्तव्य में 7:51 से 8:2 तक पढ़ेंगे। लिखा है, हर धर्मियों अर्थात मनो ਅਤੇ ਕੰਨਾਂ ਦੇ ਅਧਰਮੀ ਲੋਕੋ, ਤੁਸੀਂ ਸਦਾ ਪਵਿੱਤਰ ਆਤਮਾ ਦਾ ਵਿਰੋਧ ਕੀਤਾ ਹੈ। ਜਿਸ ਤਰ੍ਹਾਂ ਤੁਹਾਡੇ ਪੁਰਖੇ ਸਨ ਉਸੇ ਤਰ੍ਹਾਂ ਦੇ ਤੁਸੀਂ ਵੀ ਹੋ। ਅਗਲੀ ਆਇਤ, ਕੀ ਕੋਈ ਇਹੋ ਜਿਹਾ ਨਬੀ ਹੈ ਜਿਸ ਨੇ ਤੁਹਾਡੇ ਪੁਰਖਿਆਂ ਨੇ ਨਹੀਂ ਸਤਾਇਆ। ਉਹਨਾਂ ਨੇ ਧਰਮੀ ਮਨੁੱਖ ਦੇ ਆਉਣ ਦੇ ਬਾਰੇ ਅੰਗਮ ਵਾਕ ਕਰਨ ਵਾਲਿਆਂ ਦਾ ਕਤਲ ਕੀਤਾ ਅਤੇ ਹੁਣ ਤੁਸੀਂ ਉਸ ਦੇ ਨਾਲ ਵਿਸ਼ਵਾਸਘਾਤ ਕੀਤਾ ਅਤੇ ਉਸ ਨੂੰ ਮਾਰ ਦਿੱਤਾ ਹੈ। ਅਗਲੀ ਆਇਤ, ਤੁਸੀਂ ਉਹ ਹੋ ਜਿਨ੍ਹਾਂ ਨੂੰ ਪਰਮੇਸ਼ਵਰ ਦੀ ਵਿਵਸਥਾ ਸਵਰਗਦੂਤਾਂ ਦੇ ਰਾਹੀਂ ਮਿਲੀ, ਪਰ ਤੁਸੀਂ ਉਸ ਦੀ ਪਾਲਣਾ ਨਹੀਂ ਕੀਤੀ। ਹਾਲੇਲੂਇਆ। ਉਸ ਦੀ ਅਗਲੀ ਆਇਤ ਦੇ ਵਿੱਚ ਜੋ ਕਿ ਸਤਿਫਨਸ ਜੋ ਪਰਮੇਸ਼ਵਰ ਦਾ ਦਾਸ ਸੀ, ਉਸ ਦੇ ਉੱਤੇ ਪਥਰਾਵ ਕੀਤਾ ਗਿਆ। ਉਸ ਅਗਲੀ ਆਇਤ ਦੇ ਵਿੱਚ ਹੀ ਅਸੀਂ ਦੇਖਦੇ ਹਾਂ, ਪੜ੍ਹਦੇ ਹਾਂ, ਜਦ ਉਹਨਾਂ ਨੇ ਇਹ ਗੱਲ ਸੁਣਿਆ ਤਾਂ ਉਸ ਦੇ ਦਿਲ ਵਿੱਚ ਗੁੱਸੇ ਨਾਲ ਭਰ ਗਏ। ਉਹ ਸਤਿਫਨਸ ਉੱਤੇ ਦੰਦ ਪੀਣ ਲੱਗ ਗਏ। ਹਾਲੇਲੂਇਆ। ਅਗਲੀ ਆਇਤ, ਪਰ ਸਤਿਫਨਸ ਨੇ ਪਵਿੱਤਰ ਆਤਮਾ ਦੇ ਨਾਲ ਭਰਿਆ ਹੋਇਆ ਉੱਪਰ ਆਕਾਸ਼ ਵੱਲ ਤੱਕਿਆ ਅਤੇ ਪਰਮੇਸ਼ਵਰ ਦੇ ਪ੍ਰਤਾਪ ਨੂੰ ਦੇਖਿਆ ਅਤੇ ਯਿਸੂ ਨੂੰ ਪਰਮੇਸ਼ਵਰ ਦੇ ਸੱਜੇ ਪਾਸੇ ਖੜੇ ਦੇਖਿਆ। ਅਗਲੀ ਆਇਤ ਦੇ ਵਿੱਚ ਉਸਨੇ ਕਿਹਾ, ਦੇਖੋ ਮੈਂ ਸਵਰਗ ਨੂੰ ਖੁੱਲ੍ਹਿਆ ਅਤੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ਵਰ ਦੇ ਸੱਜੇ ਹੱਥ ਖੜਾ ਦੇਖ ਰਿਹਾ ਹਾਂ। ਇਸ 'ਤੇ ਲੋਕਾਂ ਨੇ ਉੱਚੀ ਆਵਾਜ਼ ਚੀਖਦੇ ਹੋਏ ਆਪਣੇ ਕੰਨ ਬੰਦ ਕਰ ਲਏ ਅਤੇ ਸਾਰੇ ਲੋਕ ਇਕੱਠੇ ਹੋ ਕੇ ਸਤਿਫਨਸ 'ਤੇ ਟੁੱਟ ਪਏ। ਉਹ ਉਸ ਨੂੰ ਸ਼ਹਿਰ ਤੋਂ ਬਾਹਰ ਖਿੱਚ ਕੇ ਲੈ ਗਏ, ਉਸ ਨੂੰ ਪਥਰਾਓ ਕਰਨ ਲੱਗੇ। ਗਵਾਹ ਨੇ ਆਪਣੇ ਕੱਪੜੇ ਸ਼ਾਊਲ ਨਾਂ ਦੇ ਇੱਕ ਜਵਾਨ ਦੇ ਰਾਖੀ ਵਿੱਚ ਰੱਖ ਦਿੱਤੇ ਸਨ। ਅਗਲੀ ਆਇਤ, ਉਹ ਸਤਿਫਨਸ ਨੂੰ ਪਥਰਾਓ ਕਰਦੇ ਰਹੇ, ਪਰ ਉਸਨੇ ਪ੍ਰਾਰਥਨਾ ਕੀਤੀ, ਪ੍ਰਭੂ ਯਿਸੂ ਮੇਰੀ ਆਤਮਾ ਨੂੰ ਸਵੀਕਾਰ ਕਰ। ਅਗਲੀ ਆਇਤ, ਫਿਰ ਅੰਤ ਵਿੱਚ ਉਸਨੇ ਗੋਡੇ ਟੇਕੇ ਉੱਚੀ ਆਵਾਜ਼ ਨਾਲ ਕਿਹਾ, ਪ੍ਰਭੂ ਜੀ ਇਹ ਪਾਪ ਉਹਨਾਂ 'ਤੇ ਨਾ ਲਾਉਣਾ। ਇਹ ਕਹਿ ਕੇ ਉਸਨੇ ਆਪਣੇ ਪ੍ਰਾਣ ਤਿਆਗ ਦਿੱਤੇ। ਹਾਲੇਲੂਇਆ। ਅਗਲੇ ਅਧਿਆਇ ਦੀ ਪਹਿਲੀ ਆਇਤ ਹੈ, ਸ਼ਾਊਲ ਸਤਿਫਨਸ ਦੇ ਕਤਲ ਨਾਲ ਸਹਿਮਤ ਸੀ। ਜੋ ਸ਼ਾਊਲ ਨੇ ਵਿਸ਼ਵਾਸ ਲੋਕਾਂ ਨੂੰ ਜੋ ਉਸਨੇ ਸਤਾਉਣਾ ਸ਼ੁਰੂ ਕਰ ਦਿੱਤਾ। ਉਸ ਦਿਨ ਯਰੂਸ਼ਲਮ ਵਿਸ਼ਵਾਸ 'ਤੇ ਅੰਧਾਧੁੰਨ ਅਤਿਆਚਾਰ ਸ਼ੁਰੂ ਹੋ ਗਿਆ। ਇਸ ਕਾਰਨ ਉਹ ਪ੍ਰਮੁੱਖ ਚੇਲੇ ਉਸ
ਚੇਲਿਆਂ ਨੂੰ ਛੱਡ ਕੇ ਬਾਕੀ ਸਾਰੇ ਮਸੀਹ ਜੋ ਉਸ ਨੂੰ ਖਿੱਚ ਪੁੜ ਗਏ। ਕੁਛ ਸ਼ਰਧਾਲੂ ਜੋ ਲੋਕਾਂ ਨੇ ਸਤਿਫਨੁਸ ਦਾ ਅੰਤਮ ਸੰਸਕਾਰ ਕੀਤਾ, ਜੋ ਉਸ ਦੇ ਲਈ ਬਹੁਤ ਵਿਲਾਪ ਕੀਤਾ। ਹਾਲੇਲੂਇਆ। ਮੈਂ ਇਸ ਨੂੰ ਪੰਜਾਬੀ 'ਚ ਇਸ ਲਈ ਪੜ੍ਹਿਆ ਕਿ ਇਹ ਤੁਹਾਨੂੰ ਵਚਨ ਸਮਝ ਆ ਸਕੇ। ਇਸ ਵਚਨ ਦੇ ਵਿੱਚ ਜੋ ਕਿ ਪਰਮੇਸ਼ਵਰ ਦੇ ਦਾਸ ਨੇ ਉਹ ਜੋਖਿਮ ਲਿਆ, ਕਿਉਂਕਿ ਉਹ ਇਸ ਦੇ ਲਾਇਕ ਸੀਗਾ। ਮੇਰਾ ਅੱਜ ਦਾ ਜੋ ਵਚਨ ਦਾ ਸਬਕ ਵੀ ਇਹੀ ਹੈ ਕਿ ਉਹ ਜੋਖਿਮ ਦੇ ਲਾਇਕ ਸੀਗਾ। ਅੱਜ ਸਾਨੂੰ ਵੀ ਇਹੀ ਰਿਸਕ ਦੇ ਲਾਇਕ ਬਣਨ ਦੀ ਲੋੜ ਹੈ। ਔਰ ਇਸ ਅਗਲੀ ਐਤ ਦੇ ਵਿੱਚ ਮੈਂ ਪੜ੍ਹਾ ਦਾਂਗਾ। ਉਹ ਵਚਨ ਹੈ ਅਫੀਸੀਆ ਉਸ ਦੀ दूसरी आयत। हालेलुया हालेलुया। तो ਉਸ ਦੀ 8 ਤੇ 9 ਅਸੀਂ ਇਸ ਆਇਤ ਨੂੰ ਪੜ੍ਹਾਂਗੇ। ਹਾਂਜੀ। ਤੁਸੀਂ ਉਸ ਦੀ ਕਿਰਪਾ ਦੇ ਦੁਆਰਾ ਵਿਸ਼ਵਾਸ ਕਾਰਨ ਬਚਾਏ ਗਏ। और वो लोग कौन है? जो वो ਉਸ ਦੇ ਵਿੱਚ ਸਾਰੇ ਯਹੂਦੀ, ਜਿੱਦਾਂ ਅਸੀਂ ਪੜ੍ਹਾਂਗੇ ਉਸ ਦੇ ਵਿੱਚ ਵਚਨ ਦੇ ਵਿੱਚ ਦੱਸਿਆ ਕਿ ਉਹ ਸਾਰੇ ਉਹੀ ਸੀਗੇ। ਇਸ ਦੇ ਵਿੱਚ ਦੱਸਦਾ ਹੈ ਯਹੂਦੀ ਅਤੇ ਸਾਮਰੀਆਂ, ਉਹ ਸਾਰੇ ਲੋਕ ਸੀਗੇ ਜਿਸ ਦੇ ਕਾਰਨ ਉਹ ਬਚਾਏ ਗਏ। ਉਹ ਤੁਹਾਡੇ ਆਪਣੇ ਸਦਕਾ ਨਹੀਂ, ਸਗੋਂ ਪਰਮੇਸ਼ਵਰ ਦੀ ਦਾਤ ਹੈ। ਇਹ ਕਰਮਾਂ ਦਾ ਨਤੀਜਾ ਨਹੀਂ, ਇਸ ਲਈ ਇਸ 'ਤੇ ਕਿਸੇ ਤਰ੍ਹਾਂ ਦਾ ਵੀ ਹੰਕਾਰ ਨਹੀਂ ਕੀਤਾ ਜਾ ਸਕਦਾ। ਕੋਈ ਕਿਸੇ ਤਰ੍ਹਾਂ ਦਾ, ਇਸ ਲਈ ਇਸ 'ਤੇ ਕਿਸੇ ਤਰ੍ਹਾਂ ਦਾ ਵੀ ਹੰਕਾਰ ਨਹੀਂ ਕੀਤਾ ਜਾ ਸਕਦਾ। ਸਾਨੂੰ ਦੱਸਦਾ ਹੈ ਇਸ ਵਚਨ ਦੇ ਵਿੱਚ ਜੋ ਕਿ ਅਸੀਂ ਮਸੀਹ ਹੀ ਦਾ ਜਿਹੜਾ ਜੀਵਨ ਹੈ ਉਹ ਇੱਕ ਖਿੜਕੀ ਦੀ ਤਰ੍ਹਾਂ ਹੀ ਹੈ, ਜੋ ਕਿ ਇਸ ਦੇ ਵਿੱਚ ਅਸੀਂ ਦੂਸਰੇ ਨੂੰ ਅਸੀਂ ਦੇਖ ਸਕਦੇ ਹਾਂ, ਉਸ ਦੇ ਜੀਵਨ ਨੂੰ ਅਸੀਂ ਦੇਖ ਸਕਦੇ ਹਾਂ। ਕਿਉਂਕਿ ਭਰੋਸੇ ਦੇ ਰਾਹੀਂ ਜੋ ਉਸ ਦੇ 'ਤੇ ਜੋ ਮਿਹਰ ਹੈ, ਉਸ ਦਾ ਅਨੁਗ੍ਰਹ ਹੈ, ਜਿਸ ਦੇ ਰਾਹੀਂ ਉਹ ਸਾਡੇ 'ਤੇ ਜੋ ਉਧਾਰ ਹੋਇਆ ਹੈ, ਔਰ ਇਹੀ ਜੋ ਸਾਡੀ ਅਤੇ ਔਰ ਜੋ ਨਹੀਂ ਬਲਕਿ ਉਹ ਪਰਮੇਸ਼ਵਰ ਦਾ ਦਾਨ ਹੈ। ਸੱਚਮੁੱਚ ਇਹ ਸਾਡੇ ਪਰਮੇਸ਼ਵਰ ਦਾ ਹੀ ਦਾਨ ਹੈ ਕਿ ਸਾਨੂੰ ਇਹ ਜੀਵਨ ਮਿਲਿਆ ਹੈ। ਹਾਲੇਲੂਇਆ। ਤੋ ਜਿਸ ਦੇ ਵਿੱਚ ਅਸੀਂ ਇਹ ਦੇਖ ਸਕਦੇ ਹਾਂ ਕਿ ਜੋ ਇਹ ਨया ਜੀਵਨ ਉਸ ਦੇ ਵਿੱਚ ਬਦਲਿਆ ਹੈ, ਅਸੀਂ ਉਸ ਨੂੰ ਜੋ ਕੋਈ ਵੀ ਨਹੀਂ ਦੇ ਸਕਦਾ ਸਿਵਾਏ ਪ੍ਰਭੂ ਯੀਸ਼ੂ ਮਸੀਹ ਦੇ। ਔਰ ਜੇ ਅਗਰ ਕਿਸੇ ਬਿਮਾਰੀ ਦੀ ਗੱਲ ਕਰੀਏ ਜੋ ਕਿ ਉਸ ਦੇ ਕਿਡਨੀ ਦੇ ਦੁਆਰਾ ਜੋ ਉਸ ਦੇ ਵਿੱਚ ਉਹ ਜੀਵਨ ਨਹੀਂ ਲੈ ਸਕਦਾ, ਜਿੱਦਾਂ ਮਤਲਬ ਕਿਸੇ ਦੀ ਕਿਡਨੀ ਖਰਾਬ ਹੋਵੇ ਤਾਂ ਉਹ ਜੀਵਨ ਨਹੀਂ ਲੈ ਸਕਦਾ। ਸਿਰਫ ਉਹ ਪ੍ਰਭੂ ਯੀਸ਼ੂ ਮਸੀਹ ਹੀ ਹੈ ਜੋ ਕਿ ਸਾਨੂੰ ਉਹ ਜੀਵਨ ਬਖਸ਼ਦਾ ਹੈ। ਪਰ ਲੋਕ ਉਹ ਬਿਮਾਰੀ ਦੇ ਵਿੱਚ ਵੀ ਆਪਣੇ ਸਾਰੇ ਜ਼ੋਰ ਨੂੰ
ਹਰ ਇੱਕ ਗਲਤ ਤਰੀਕੇ ਨੂੰ ਉਹ ਚਾਹੁੰਦੇ ਹੈ ਔਰ ਉਸ ਦੇ ਕਰੀਬ, ਇਸ ਲਈ ਕਿ ਉਸਨੇ ਜੋ ਇਲਾਜ ਦੇ ਲਈ ਲੋਕ ਉਹ ਜੋਖਿਮ ਉਠਾਉਂਦੇ ਆ। ਹਾਲੇਲੂਇਆ। ਤੋ ਸੱਚਮੁੱਚ ਜੋ ਸਾਨੂੰ ਇਸ ਵਚਨ ਦੇ ਵਿੱਚ ਸਤਿਫਨਸ ਹੈ ਔਰ ਉਹ ਪ੍ਰਭੂ ਦੇ ਲੋਕਾਂ ਦੇ ਲਈ ਉਹ ਜੋਖਿਮ ਉਠਾਉਣ ਨੂੰ, ਜੋ ਕਿ ਇਹ ਯੀਸ਼ੂ ਦੀ ਇਸ ਵਿਸ਼ੇ ਦੇ ਵਿੱਚ ਉਹ ਸੁਸਮਾਚਾਰ ਦਾ ਐਲਾਨ ਕਰਦਾ ਹੈ। ਮੈਂ ਫਿਰ ਦੱਸਦਾ, ਜੋ ਕਿ ਉਹ ਪ੍ਰਭੂ ਦੇ ਲੋਕਾਂ ਦੇ ਲਈ, ਜੋ ਉਹ ਲੋਕ ਉਹ ਯੀਸ਼ੂ ਦੇ ਵਿਸ਼ੇ ਦੇ ਉਸ ਸਮਾਚਾਰ ਦਾ ਐਲਾਨ ਕਰਦਾ ਹੈ। ਅਜਬ ਕੰਮਾਂ ਦੇ ਨਾਲ ਉਸ ਸਮੇਂ ਨੂੰ ਜੋ ਫੜ ਕੇ ਪਰਮੇਸ਼ਵਰ ਅਤੇ ਮੂਸਾ ਦੀ ਵਿਵਸਥਾ ਦੇ ਉਲਟ ਦੋਸ਼ ਕਰਨ ਦਾ ਝੂਠਾ ਦੋਸ਼ ਲਾ ਕੇ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਅੱਜ ਵੀ ਉਹੀ ਸਮਾਂ ਹੈ, ਜੋ ਲੋਕ ਇਸ ਸੱਚ ਦੇ ਨਾਲ, ਇਸ ਸੱਚਾਈ ਦੇ ਨਾਲ ਔਰ ਪੂਰੀ ਖਰਾਈ ਦੇ ਨਾਲ ਕੰਮ ਕਰਦੇ ਹੈ, ਉਹ ਸੱਚਮੁੱਚ ਅੱਜ ਵੀ ਇਸ ਦੌਰ ਦਾ ਸਾਹਮਣਾ ਕਰਦੇ ਹੈ। ਹਾਲੇਲੂਇਆ। ਜਿਸ ਤਰ੍ਹਾਂ ਕਿ ਅਸੀਂ ਵਚਨ ਦੇ ਵਿੱਚ ਵੀ ਪੜ੍ਹਿਆ ਹੈ, ਉਹ ਇਸ ਦੀ 6 ਦੀ 8 ਦੇ 14 ਦੇ ਵਿੱਚ ਵੀ ਹੈ। ਉਸ ਦੇ ਵਿੱਚ ਵੀ ਅਸੀਂ ਪੜ੍ਹ ਸਕਦੇ ਹਾਂ। 6ਵਾਂ ਅਧਿਆਏ 8 ਤੋਂ ਲੈ ਕੇ 14 ਤੱਕ ਉਹਨਾਂ ਨੇ ਕੀ ਕੀਤਾ, ਉਹ ਸਭ ਜੋ ਪਰਮੇਸ਼ਵਰ ਅਤੇ ਮੂਸਾ ਦੀ ਵਿਵਸਥਾ ਦੇ ਉਲਟ ਦੋਸ਼ ਕਰਨ ਦਾ ਜੋ ਝੂਠਾ ਦੋਸ਼ ਲਾ ਕੇ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਅਤੇ ਉਹ ਮਹਾਯਾਜਕ ਦਾ ਸਵਾਲ ਜੋ ਜਵਾਬ 'ਚ ਸਤਿਫਨਸ ਨੇ ਜੋ ਜੋਖਿਮ ਉਠਾ ਕੇ ਇਸ ਤਰ੍ਹਾਂ ਜੋ ਪ੍ਰਚਾਰ ਕੀਤਾ, ਜੋ ਦਿੱਤਾ ਕਿ ਉਹ ਜਾਣਦਾ ਹੈ ਕਿ ਉਸ ਦੇ ਲੋਕ ਨਹੀਂ ਚਾਹੁੰਦੇ, ਉਸ ਨੂੰ ਪਸੰਦ ਨਹੀਂ ਕਰਦੇ, ਜੋ ਉਸਨੇ ਕਿਹਾ ਕਿ ਉਹ ਲੋਕਾਂ ਨੂੰ, ਜੋ ਪੂਰੇ ਸ਼ਹਿਰ ਨੂੰ, ਪੂਰੇ ਦੇਸ਼ ਨੂੰ, ਸਾਰੇ ਰਾਸ਼ਟਰ ਦੀ ਗੱਲ ਕਰ ਰਿਹਾ, ਉਹ ਸਾਰੇ ਇਤਿਹਾਸ ਦੇ ਵਿੱਚ ਜੋ ਬਾਰ-ਬਾਰ ਪਰਮੇਸ਼ਵਰ ਦੇ ਸੰਦੇਸ਼ ਦੇਣ ਵਾਲੇ ਹੈ, ਜੋ ਉਸ ਦਾ ਅੱਜ ਵੀ ਲੋਕ ਕੀ ਕਰ ਰਹੇ, ਇਨਕਾਰ ਕਰ ਰਹੇ ਹੈ। ਮੈਂ ਧੰਨਵਾਦ ਕਰਦਾ ਹਾਂ ਉਹ ਲੋਕਾਂ ਦਾ ਜੋ ਇਹ ਪਰਮੇਸ਼ਵਰ ਦਾ ਕੰਮ ਕਰਨ ਦਾ ਜੋ ਇਹ ਹਿੰਮਤ ਕਰਦੇ ਹੈ, ਉਹ ਸਾਹਸ ਕਰਦੇ ਹੈ, ਕਿਉਂਕਿ ਪਰਮੇਸ਼ਵਰ ਦਾ ਆਤਮਾ ਉਹਨਾਂ 'ਤੇ ਕੰਮ ਕਰਦਾ ਹੈ। ਅੱਜ ਜਗ੍ਹਾ ਜਗ੍ਹਾ 'ਤੇ ਲੋਕ ਇਸ ਤਰ੍ਹਾਂ ਪ੍ਰਚਾਰ ਦੇ ਵਿੱਚ ਫੈਲ ਗਏ ਹੈ ਕਿ ਲੋਕ ਇਸ ਨੂੰ ਦੇਖ ਸਕਦੇ ਹੈ ਅਤੇ ਸੁਣ ਸਕਦੇ ਹੈ, ਉਸ ਸੱਚਾਈ ਨੂੰ, ਉਸ ਦੀ ਗਵਾਹੀਆਂ ਨੂੰ, ਉਸ ਦੇ ਵਚਨ ਨੂੰ, ਜੋ ਕਿ ਇਹ ਪਵਿੱਤਰ ਬਾਈਬਲ ਇਹ ਬਿਆਨ ਕਰਦੀ ਹੈ। ਹਾਲੇਲੂਇਆ। ਕਿ ਲੋਕ ਕੀ ਕਰਦੇ, ਉਸ ਦੇ ਸੰਦੇਸ਼ ਦਾ ਇਨਕਾਰ ਕਰਦੀ ਹੈ। ਸਤਿਫਨਸ ਨੇ ਜੋ ਪ੍ਰਚਾਰ, ਉਸ ਦੇ ਤੇਜ ਦਾ ਕੰਮ ਜੋ ਪੈਦਾ ਹੋਇਆ, ਤਦ ਹੀ ਉਹ ਵੱਡੇ ਵੱਡੇ ਸ਼ਬਦ ਨੂੰ ਚਲਾ ਕੇ ਲੋਕਾਂ ਨੇ ਕੀ ਕੀਤੇ ਸੀਗੇ, ਆਪਣੇ ਕੰਨ ਬੰਦ ਕਰ ਲਏ ਸੀਗੇ। ਹਾਲੇਲੂਇਆ, ਹਾਲੇਲੂਇਆ। ਅਤੇ ਉਸ 'ਤੇ ਘਾਤ ਕੀਤਾ ਗਿਆ, ਉਹਨੂੰ ਨਗਰ ਤੋਂ ਬਾਹਰ ਕੱਢ ਕੇ ਅਤੇ ਉਸ ਨੂੰ ਪੱਥਰ ਮਾਰਨ ਲੱਗੇ। ਹਾਲੇਲੂਇਆ। ਇਸੇ ਦੇ ਜੋ ਪਦ ਹੈ 57 ਅਤੇ 58 ਦੇ ਵਿੱਚ, 57 ਅਤੇ 58 ਦੇ ਵਿੱਚ ਹਾਂ। ਤਾਂ ਇਸ ਤੋਂ ਅੱਗੇ ਜੋ ਸਤਿਫਨਸ ਨੇ ਯਿਸੂ ਦਾ ਪ੍ਰਚਾਰ ਕਰਨ ਦਾ ਜੋ ਜੋਖਿਮ ਉਠਾਇਆ ਹੈ, ਅਤੇ ਉਹ ਚਾਹੁੰਦਾ ਸੀ ਕਿ ਉਹ ਲੋਕ ਜੋ ਉਸ ਨੂੰ ਇਹ ਪਹਿਚਾਨਣ, ਉਹ ਪਹਿਚਾਨਣਗੇ ਅਤੇ ਉਹ ਉਸ ਨੂੰ ਅੱਜ ਵੀ ਇਹੀ ਜੋ ਕੋਸ਼ਿਸ਼ ਕਰਦੇ ਹੈ ਕਿ ਲੋਕ ਅੱਜ ਵੀ ਉਸ ਨੂੰ ਪਹਿਚਾਨਣ,
ਜੋ ਅੱਜ ਉਸ ਦੀ ਸਿੱਖਿਆ ਤੋਂ ਦੂਰ ਹੋ ਗਏ ਕਿ ਲੋਕ ਉਸ ਤੋਂ ਡਰਨ। ਬਾਅਦ ਦੇ ਵਿੱਚ ਜੋ ਮਰਨ ਤੋਂ ਬਾਅਦ ਕੋਈ ਵੀ ਪ੍ਰਾਰਥਨਾ ਕੰਮ ਨਹੀਂ ਆਉਂਦੀ। ਹਾਲੇਲੂਇਆ। ਤੋ ਉਸ ਨੂੰ ਪਹਿਚਾਨਣ ਕਿ ਯੀਸ਼ੂ ਮਸੀਹ ਦੀ ਮੌਤ ਅਤੇ ਉਹ ਦੁਬਾਰਾ ਜੀ ਉੱਠਣ ਦਾ ਕਾਰਨ ਜੋ ਉਹਨੇ ਵਿਵਸਥਾ ਦੀ ਉਹ ਜ਼ਰੂਰਤ ਨਹੀਂ, ਪਰ ਉਹ ਅਨੁਗ੍ਰਹਿ ਔਰ ਮਾਫੀ ਦੇ ਅਧੀਨ ਉਹ ਸਹੀ ਜੀਵਨ ਜੋ ਕਿ ਉਹ ਨਏਪਨ ਨੂੰ ਕਰ ਸਕਦੇ ਹੈ। ਹਾਲੇਲੂਇਆ। ਇਹ 6 ਅਧਿਆਏ 13 ਤੋਂ ਲੈ ਕੇ ਅਸੀਂ 15 ਤੱਕ ਪੜ੍ਹ ਸਕਦੇ ਹਾਂ। ਅਫੀਸੀਆਂ ਦੇ ਜੋ ਕਿ ਅਸੀਂ 2 ਦੀ 8 ਤੇ 9 ਪੜ੍ਹੀ ਸੀ, ਜਿਸ ਦੇ ਵਿੱਚ ਲਿਖਿਆ ਹੈ ਕਿ ਅਸੀਂ ਪੜ੍ਹ ਸਕਦੇ ਹਾਂ, ਕਿਉਂਕਿ ਭਰੋਸੇ ਦੇ ਰਾਹੀਂ ਅਨੁਗ੍ਰਹਿ ਹੀ ਜੋ ਸਾਡਾ ਉद्धार ਹੋਇਆ ਹੈ ਅਤੇ ਔਰ ਇਹ ਸਾਡੀ ਅਤੇ ਔਰ ਸੇ ਜੋ ਨਹੀਂ ਬਲਕਿ ਉਹ ਪਰਮੇਸ਼ਵਰ ਦਾ ਦਾਨ ਹੈ। ਤੋ ਸੱਚਮੁੱਚ ਇਹ ਪਰਮੇਸ਼ਵਰ ਦਾ ਮਹਾਨ ਪ੍ਰੇਮ ਹੈ ਕਿ ਉਹ ਸਾਡੇ ਨਾਲ ਅੱਜ ਵੀ ਪ੍ਰੇਮ ਰੱਖਦਾ ਹੈ। ਉਸ ਦਾ ਵਚਨ ਹੈ ਕਿ ਇਹ ਥਕੇ ਮੰਦੇ ਲੋਕੋ ਤੁਸੀਂ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦੇਵਾਂਗਾ। ਕਿਸੇ ਇੱਕ ਜਾਤ ਦੀ ਗੱਲ ਨਹੀਂ ਕਰਦਾ, ਕਿਸੇ ਇੱਕ ਕੌਮ ਦੀ ਨਹੀਂ ਗੱਲ ਕਰਦਾ। ਹਰੇਕ ਕੌਮ, ਹਰੇਕ ਜਾਤ, ਹਰੇਕ ਜੋ ਆਦਮ ਇਨਸਾਨ ਲੋਕਾਂ ਦੇ ਹੀ ਉਹ ਸੱਦਾ ਦਿੰਦਾ ਹੈ ਕਿ ਉਹ ਉਸ ਦੇ ਕੋਲ ਆਉਣ। ਇਹੀ ਪਰਮੇਸ਼ਵਰ ਦਾ ਸਭ ਤੋਂ ਵੱਡਾ ਦਾਨ ਹੈ ਔਰ ਉਸ ਦੀ ਮਹਿਮਾ ਹੈ ਕਿ ਉਹ ਸਾਡੇ ਲਈ ਰੋਜ਼ ਨਏ ਰਸਤਿਆਂ ਨੂੰ ਇੱਕ ਨਈ ਸੁਬਾਹ ਦੀ ਤਰ੍ਹਾਂ ਉਹ ਐਲਾਨ ਕਰਦਾ ਹੈ। ਆਸ਼ੀਸ਼ਾਂ ਦੇ ਨਾਲ ਜੋ ਸ਼ਰਾਬ ਦੇ ਵਿੱਚ ਫਸੇ ਹੈ ਉਹ ਇਸ ਵਚਨ ਦੇ ਗਿਆਨ ਦੇ ਦੁਆਰਾ ਇਸ ਸੱਚਾਈ ਦੇ ਨਾਲ ਆਜ਼ਾਦ ਹੋ ਜਾਣ। ਸਾਡਾ ਕੋਈ ਵੀ ਧਰਮ ਜੋ ਕਿ ਸਾਡੇ ਜੀਵਨ ਨੂੰ ਨਹੀਂ ਬਦਲ ਸਕਦਾ। ਸਾਡਾ ਜੀਵਨ ਅੱਜ ਵੀ ਉਸੇ ਪਾਪਾਂ ਦੇ ਵਿੱਚ ਇੱਕ ਸੂਅਰ ਅਤੇ ਕੁੱਤੇ ਦੀ ਉਲਟੀ ਦੀ ਤਰ੍ਹਾਂ ਹੈ ਕਿ ਉਹ ਕੁੱਤਾ ਆਪਣੀ ਕੀਤੀ ਹੋਈ ਉਲਟੀ ਨੂੰ ਵੀ ਖਾ ਜਾਂਦਾ ਹੈ। ਸੱਚ ਹੈ, ਕਹਾਵਤਾਂ ਦੇ ਵਿੱਚ ਇਹ ਵਚਨ ਹੈ ਔਰ ਜੋ ਕਿ ਇਹ ਬਿਆਨ ਕਰਦਾ ਹੈ। ਤਾਂ ਸੱਚਮੁੱਚ ਤੁਸੀਂ ਇਸ ਸੱਚਾਈ ਤੋਂ, ਇਸ ਪ੍ਰਥਾ ਤੋਂ ਬਾਹਰ ਆਓ ਔਰ ਇਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ ਕਿ ਪਰਮੇਸ਼ਵਰ ਤੋਂ ਇਲਾਵਾ ਜੋ ਕਿ ਸਾਡਾ ਜੀਵਨ ਜੋ ਅਨੰਤ ਜੀਵਨ ਹੈ ਉਹ ਸਿਰਫ ਉਸ ਦੇ ਕੋਲ ਹੈ। ਪਰਮੇਸ਼ਵਰ ਸਾਡੇ ਜੀਵਨ ਨੂੰ ਬਦਲਣ ਦੀ ਸਾਮਰਥ ਰੱਖਦਾ ਹੈ, ਧਰਮ ਬਦਲਣ ਦੀ ਨਹੀਂ। ਇਸ ਲਈ ਤਾਂ ਭਜਨ ਹੈ, ਹਾਲੇਲੂਇਆ 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 ਹਾਲੇਲੂया। जीवन देने के लिए मेरा यीशु बुलाता तुम्हें। जीवन देने के लिए मेरा यीशु बुलाता तुम्हें। हालेलुया 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 हालेलुया। तो सचमुच परमेश्वर सानू जीवन देने दे लिए बुलांदा है। अज भी ये दास जो ये रिस्क उठाने दे लिए वो कदम उठाते हैं वो साढ़े लिए, बल्कि वो इस काबिल है कि वो ये रिस्क लेंदे है अपने परमेश्वर दे लिए, वो प्रभु यीशु दे लिए कि वो जी उठा और वो इसका ऐलान करते हैं कि वो साडा उद्धार हो गया है, साडा दोबारा जीवन मिल चुका है। तुसीं इसनूं जानो और पहचानो तो सचमुच जो साडी मुक्ति तय। तो सचमुच परमेश्वर अज दे वचन दे नाल तुहानूं सब नूं आशीष दे। और जो कि मेरे चैनल एक आत्मा एक परमेश्वर जो यूट्यूब दे विच है
ਤੁਸੀਂ ਉਸ ਵੀਡੀਓ ਨੂੰ, ਬਾਕੀ ਵੀਡੀਓ ਨੂੰ ਵੀ ਦੇਖ ਸਕਦੇ ਆ। ਲਾਈਕ ਕਰੋ, ਹੋ ਸਕੇ ਤਾਂ ਸਿਰਫ ਲਾਈਕ ਕਰੋ ਔਰ ਸ਼ੇਅਰ ਕਰੋ। ਤਾਂ ਪਰਮੇਸ਼ਵਰ ਦੇ ਵਿੱਚ ਸਭ ਨੂੰ ਜੈ ਮਸੀਹ ਦੀ, ਔਰ ਫਿਰ ਜੈ ਮਸੀਹ ਦੀ। ਹਾਲੇਲੂਇਆ।